TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ ਉਹ ਸਾਂਝੀਆਂ ਤੁਹਾਡੇ ਨਾਲ ਕਰ ਲਈਆਂ ਜਾਣ। ਕੈਲੀਫੋਰਨੀਆ ਵਿੱਚ 3 ਪੰਜਾਬੀ ਡਰੱਗ ਤਸਕਰੀ ਦੇ ਧੰਦੇ ਨਾਲ ਸੰਬੰਧਿਤ ਹੋਣ ਕਾਰਨ ਗ੍ਰਿਫਤਾਰ। ਕੈਨੇਡਾ ਵਿੱਚੋਂ ਵੀ ਨਸ਼ਿਆਂ ਦੀ ਵੱਡੀ ਖੇਪ ਬਰਾਮਦ, 4 ਪੰਜਾਬੀ ਗ੍ਰਿਫਤਾਰ। ਅਮਰੀਕਾ ਵਿੱਚ 3 ਸਾਲਾਂ ਦੇ ਬੱਚੇ ਨੇ ਆਪਣੇ 8 ਮਹੀਨਿਆਂ ਦੇ ਭਰਾ ਤੇ ਚਲਾਈ ਗੋਲੀ। ਟੈਕਸਸ ਦੀ ਇੱਕ ਕੈਬਨਿਟ ਕੰਪਨੀ ਵਿੱਚ ਗੋਲੀ ਚੱਲਣ ਕਾਰਨ 5 ਜ਼ਖਮੀ, 1 ਹਲਾਕ। ਫੌਜ ਦੀ ਭਰਤੀ ਸਮੇਂ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਰਾਰ ਲਾਹੁਣਾ ਘਿਨਾਉਣਾ ਅਤੇ ਮੰਦਭਾਗਾ। ਕੋਟਕਪੂਰਾ ਗੋਲੀकांड ਦੀ ਜਾਂਚ ਖਿਲਾਫ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਦੇਵੇਗੀ ਚੁਣੌਤੀ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 6ਵੇਂ ਉਮੀਦਵਾਰ ਦਾ ਕੀਤਾ ਐਲਾਨ। ਤੋਮਰ ਨੇ ਕਿਸਾਨਾਂ ਤੇ ਲਾਏ ਇਲਜ਼ਾਮ, ਸਰਕਾਰ ਗੱਲਬਾਤ ਲਈ ਤਿਆਰ ਪਰ ਕਿਸਾਨਾਂ ਕੋਲ ਨਹੀਂ ਕੋਈ ਠੋਸ ਤਜਵੀਜ਼। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰੀਏ, ਉਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਅੱਜ ਦੀ ਇਸ ਇਕੱਲੀ ਖਬਰ ਨੂੰ ਵਿਚਾਰੀਏ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਵਿੱਚੋਂ ਖਬਰ ਮਿਲ ਰਹੀ ਹੈ। ਕੈਲੀਫੋਰਨੀਆ ਸੂਬੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣਾ ਭਾਈਚਾਰਾ ਵੀ ਰਹਿੰਦਾ ਹੈ। ਕੈਲੀਫੋਰਨੀਆ ਦਾ ਸ਼ਹਿਰ ਹੈ ਸੈਕਰਾਮੈਂਟੋ। ਸੈਕਰਾਮੈਂਟੋ ਤੋਂ ਅਮਰੀਕਾ ਦੀ ਡਰੱਗ ਇਨਫੋਰਸਮੈਂਟ ਏਜੰਸੀ ਨੇ ਕੈਨੇਡੀਅਨ ਅੰਡਰਕਵਰ ਏਜੰਟ ਦੀ ਮਦਦ ਦੇ ਨਾਲ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਤੇ ਇਹਦੇ ਵਿੱਚ 3 ਪੰਜਾਬੀ ਗ੍ਰਿਫਤਾਰ ਕਰ ਲਏ ਗਏ ਨੇ। ਗ੍ਰਿਫਤਾਰ ਹੋਣ ਵਾਲਿਆਂ ਦੇ ਵਿੱਚ 55 ਵਰਿਆਂ ਦੇ ਪਰਮਪ੍ਰੀਤ ਸਿੰਘ, 38 ਵਰਿਆਂ ਦੇ ਰਣਵੀਰ ਸਿੰਘ ਅਤੇ 33 ਵਰਿਆਂ ਦੇ ਅਮਨਦੀਪ ਸਿੰਘ ਮੁਲਤਾਨੀ ਦੱਸੇ ਗਏ ਹੈ। ਡਰੱਗ ਇਨਫੋਰਸਮੈਂਟ ਏਜੰਸੀ ਦੇ ਵੱਲੋਂ ਕੈਨੇਡੀਅਨ ਅੰਡਰਕਵਰ ਏਜੰਟ ਦੀ ਮਦਦ ਦੇ ਨਾਲ 6 ਮਹੀਨਿਆਂ ਤੋਂ ਜਾਂਚ ਪੜਤਾਲ ਚੱਲ ਰਹੀ ਸੀ। ਇਸ ਜਾਂਚ ਪੜਤਾਲ ਤੋਂ ਬਾਅਦ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਗ੍ਰਿਫਤਾਰ ਹੋਣ ਵਾਲਿਆਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਦੇ ਤਾਰ ਅਮਰੀਕਾ, ਕੈਨੇਡਾ, ਮੈਕਸੀਕੋ, ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਵਰਗੇ ਮੁਲਕਾਂ ਦੇ ਨਾਲ ਜੁੜਦੇ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ ਜਿਹੜੀ ਅਗਲੀ ਖਬਰ ਹੈ, ਹਾਲੇ 4 ਪੰਜਾਬੀ ਉੱਥੋਂ ਗ੍ਰਿਫਤਾਰ ਕੀਤੇ ਗਏ ਸੀ। ਉਹਦੇ ਤੋਂ ਕੁਝ ਸਮਾਂ ਪਹਿਲਾਂ 5 ਵਿਅਕਤੀ ਉਹ ਸਨ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਭਾਵ ਸਾਡੇ ਆਪਣੇ ਇੱਥੋਂ ਦੇ ਸਰੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਸੀ ਤੇ ਉਹ ਓਨਟਾਰੀਓ ਸੂਬੇ ਨਾਲ ਸੰਬੰਧਿਤ ਸਨ। ਤੇ ਆਹ ਖਬਰ ਪੰਜਾਬੀਆਂ ਦੀ ਹੋਈ ਹੈ ਵੀ, ਤੇ ਇਹ ਗ੍ਰਿਫਤਾਰੀਆਂ ਹੋਈਆਂ ਨੇ ਸਾਡੇ ਆਪਣੇ ਮੁਲਕ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ। ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਵੱਲੋਂ ਨਸ਼ਿਆਂ ਦੀ ਇੱਕ ਵੱਡੀ ਖੇਪ, ਕਰੰਸੀ, ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ ਅਤੇ 5 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਪੁਲਿਸ ਨੇ ਦੱਸਿਆ ਕਿ $1 ਮਿਲੀਅਨ ਤੋਂ ਜ਼ਿਆਦਾ ਭਾਵ 11,39,423 ਇਹ ਕਰੰਸੀ ਬਰਾਮਦ ਕੀਤੀ ਹੈ। 17 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। 3 ਕਿਲੋਗ੍ਰਾਮ ਫੈਂਟਨਲ ਬਰਾਮਦ ਕੀਤੀ ਹੈ। 1 ਕਿਲੋਗ੍ਰਾਮ MDMA ਐਕਸਟੈਸੀ, 1 ਲੋਡਡ 357 ਮੈਗਨਮ ਹੈਂਡਗਨ, ਇੱਕ 2021 ਮਾਡਲ ਦੀ ਮਰਸੀਡੀਜ਼ ਬੈਂਜ AMG, 1 ਸਾਲ 2016 ਦੀ ਹੋਂਡਾ ਓਡੀਸੀ ਵੈਨ ਅਤੇ 3 ਰੋਲੈਕਸ ਦੀਆਂ ਘੜੀਆਂ ਜ਼ਬਤ ਕੀਤੀਆਂ ਗਈਆਂ ਨੇ, ਭਾਵ ਕੀਮਤੀ ਸਮਾਨ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਜ਼ਬਤ ਕੀਤੇ ਗਏ ਸਮਾਨ ਦੀ ਕੀਮਤ $2.5 ਮਿਲੀਅਨ ਦੇ ਨੇੜੇ ਤੇੜ ਬਣਦੀ ਹੈ। ਪੁਲਿਸ ਦੇ ਵੱਲੋਂ 5 ਲੋਕ ਗ੍ਰਿਫਤਾਰ ਕੀਤੇ ਗਏ ਹੈ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਦੇ ਵਿੱਚ ਮਿਸੀਸਾਗਾ ਦੇ ਰਹਿਣ ਵਾਲੇ 44 ਵਰਿਆਂ ਦਾ ਅਜਮੇਰ ਸਿੰਘ, ਮਿਸੀਸਾਗਾ ਦੇ 44 ਵਰਿਆਂ ਦਾ ਪਰਮਿੰਦਰ ਸਿੰਘ ਗਰੇਵਾਲ, ਟੋਰਾਂਟੋ ਦਾ 47 ਵਰਿਆਂ ਦਾ ਕਲਿੰਟਨ, ਕੈਲੇਡਨ ਦਾ 31 ਵਰਿਆਂ ਦਾ ਸਵਰਾਜ ਅਤੇ ਕੈਲੇਡਨ ਦਾ ਹੀ 32 ਸਾਲਾਂ ਦਾ ਕਰਨਦੇਵ ਦੱਸਿਆ ਗਿਆ ਹੈ। ਪੁਲਿਸ ਨੇ ਹੈਮਿਲਟਨ, ਸਟੋਨੀ ਕ੍ਰੀਕ, ਓਕਵਿਲ, ਮਿਸੀਸਾਗਾ, ਬੋਲਟਨ ਅਤੇ ਟੋਰਾਂਟੋ ਦੇ ਵਿੱਚ ਸਰਚ ਵਾਰੰਟ ਪ੍ਰਾਪਤ ਕੀਤੇ, ਜਿਸ ਤੋਂ ਬਾਅਦ ਖੋਜ ਪੜਤਾਲ ਕਰਦਿਆਂ ਆ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਕੀਮਤ ਲਗਭਗ $2.5 ਮਿਲੀਅਨ ਬਣਦੀ ਹੈ, ਇਹ ਬਰਾਮਦ ਕੀਤੀ ਗਈ ਹੈ। ਤੁਸੀਂ ਦੇਖੋ ਕਿ ਇਹਨਾਂ ਮੁਲਕਾਂ ਵਿੱਚ ਆ ਕੇ ਵੀ ਅਸੀਂ ਸ਼ਾਰਟਕਟ ਅਪਣਾ ਰਹੇ ਹਾਂ। ਇਹ ਉਹ ਮੁਲਕ ਨੇ ਜਿਹੜੇ ਤੁਹਾਨੂੰ ਰੁਜ਼ਗਾਰ ਵੀ ਦਿੰਦੇ ਹੈ, ਜਿਹੜੇ ਤੁਹਾਨੂੰ ਸਿਰ ਤੇ ਛੱਤ ਵੀ ਦਿੰਦੇ ਹੈ, ਜਿਹੜੇ ਤੁਹਾਨੂੰ ਬਰਾਬਰ ਦੇ ਅਧਿਕਾਰ ਦਿੰਦੇ ਆ,
ਕਮਾਈ ਕਰਨ ਵਾਲਾ ਇਨਸਾਨ ਚਾਹੀਦਾ ਹੈ। ਤੁਸੀਂ ਆਪਣੀ ਮਰਜ਼ੀ ਦੀ ਕਾਰ ਖਰੀਦ ਸਕਦੇ ਹੋ, ਮਰਜ਼ੀ ਦੇ ਘਰ ਖਰੀਦ ਸਕਦੇ ਹੋ, ਮਰਜ਼ੀ ਦਾ ਕਿੱਤਾ ਅਪਣਾ ਸਕਦੇ ਹੋ, ਪਰ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਬੜੀ ਜ਼ਰੂਰੀ ਹੈ। ਇਹ ਨਹੀਂ ਕਿ ਤੁਸੀਂ ਸੋਚੋ ਅੱਜ ਉਤਰੇ ਹੋ ਤੇ ਅੱਜ ਤੁਹਾਡੇ ਹੇਠ ਉਸ ਤਰ੍ਹਾਂ ਦੀ ਕਾਰ ਹੋਵੇ ਜਿਹੜਾ ਤੁਸੀਂ ਸੋਚ ਰਹੇ ਸੀ ਕਿ ਉਹ ਗਵਾਂਢੀ ਲਈ ਫਿਰਦਾ। ਪਰ ਇਹ ਦੇਖੋ ਕਿ ਗਵਾਂਢੀ ਨੂੰ ਮਿਹਨਤ ਕਰਦਿਆਂ, ਮੁਸ਼ੱਕਤ ਕਰਦਿਆਂ ਕਿੰਨੇ ਵਰੇ ਹੋ ਗਏ ਅਤੇ ਕਿੰਨੀ ਮਿਹਨਤ ਕਰਦਾ ਤੇ ਕਿੰਨੇ ਘੰਟੇ ਉਹ ਰੋਜ਼ਾਨਾ ਕੰਮ ਦੇ ਲਾਉਂਦਾ ਹੈ। ਪਰ ਫਿਰ ਸੋਚਦੇ ਆ ਕਿ ਸ਼ਾਰਟਕਟ ਅਪਣਾਈਏ। ਕੋਈ ਕਹਿੰਦਾ ਕਿ ਆਪਾਂ ਮਾਲ ਅਮਰੀਕਾ ਨੂੰ ਲੰਘਾ ਦਿੰਦੇ ਹਾਂ, ਕੋਈ ਅਮਰੀਕਾ ਤੋਂ ਕਹਿੰਦਾ ਕੈਨੇਡਾ ਨੂੰ ਲੰਘਾ ਦਿੰਦੇ ਆ। ਆਹ ਬਰਾਮਦਗੀਆਂ ਭਾਵੇਂ ਅਮਰੀਕਾ ਵਾਲੀ ਖਬਰ ਹੈ ਤੇ ਭਾਵੇਂ ਕੈਨੇਡਾ ਵਾਲੀ ਖਬਰ ਹੈ। ਫਿਰ ਕਈ ਵਿਅਕਤੀ ਇਤਰਾਜ਼ ਕਰਦੇ ਆ ਕਿ ਪੰਜਾਬੀ ਨਾ ਕਿਹਾ ਕਰੋ। ਹੁਣ ਜਦੋਂ ਵਿਅਕਤੀ ਕੋਈ ਸਾਡਾ ਮਾਣ ਹੈ, ਅਸੀਂ ਉਡਣੇ ਸਿੱਖ ਤੇ ਮਾਣ ਕਰਦੇ ਆ ਨਾ, ਮਿਲਖਾ ਸਿੰਘ ਤੇ ਪੰਜਾਬੀ ਹੈ ਮਾਣ ਕਰਦੇ ਆ। ਜਿਹੜੇ ਜਿਹੜੇ ਬੰਦੇ ਨਵੇਂ ਕੀਰਤੀਮਾਨ ਸਥਾਪਿਤ ਕਰਦੇ ਆ, ਉਸ ਵਕਤ ਜੇ ਅਸੀਂ ਮਾਣ ਕਰਦੇ ਆ ਤਾਂ ਫਿਰ ਬਾਕੀ ਦੇ ਭਾਈਚਾਰੇ ਨੇ ਉਂਗਲਾਂ ਜ਼ਰੂਰ ਉਠਾਉਣੀਆਂ ਹੁੰਦੀਆਂ ਨੇ। ਸੋ ਇਸ ਕਰਕੇ ਸ਼ਾਰਟਕਟ ਅਪਣਾਉਣ ਦੀ ਬਜਾਏ ਮਿਹਨਤ, ਮੁਸ਼ੱਕਤ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰੀਏ। ਕੋਈ ਖਤਰਾ ਨਹੀਂ, ਕਿਸੇ ਮੁਲਕ ਵਿੱਚ ਵੀ ਕੋਈ ਖਤਰਾ ਨਹੀਂ। ਅਮਰੀਕਾ ਦੇ ਵਿੱਚੋਂ ਅਗਲੀ ਖਬਰ ਮਿਲੀ ਹੈ, 3 ਸਾਲਾ ਬੱਚੇ ਨੇ 8 ਮਹੀਨਿਆਂ ਦੇ ਭਰਾ ਤੇ ਗੋਲੀ ਦਾਗਤੀ। ਖਬਰ ਮਿਲੀ ਹੈ ਹੂਸਟਨ ਦੇ ਵਿੱਚੋਂ। ਅੱਜ 8 ਮਹੀਨਿਆਂ ਦੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ 3 ਸਾਲਾਂ ਦਾ ਵੱਡਾ ਭਰਾ ਇਸ ਬੱਚੇ ਦਾ ਘਰ ਦੇ ਵਿੱਚ ਰੱਖੀ ਗਈ ਬੰਦੂਕ ਨੂੰ ਚੁੱਕਦਾ ਤੇ ਗੋਲੀ ਚਲਾ ਦਿੰਦਾ। ਹੂਸਟਨ ਪੁਲਿਸ ਦੇ ਵਿਭਾਗ ਦੇ ਸਹਾਇਕ ਮੁਖੀ ਨੇ ਵੈਂਡੀ ਬੈਮਰਿਜ, ਮਿਸਟਰ ਵੈਂਡੀ ਨੇ ਦੱਸਿਆ ਕਿ ਬੱਚੇ ਨੇ ਅੱਜ ਸਵੇਰ ਵਕਤ ਗੋਲੀ ਚਲਾਈ ਤੇ ਦੂਸਰੇ 8 ਮਹੀਨਿਆਂ ਦੇ ਬੱਚੇ ਦੇ ਢਿੱਡ ਵਿੱਚ ਗੋਲੀ ਜਾ ਲੱਗੀ। ਪਰਿਵਾਰ ਦੇ ਮੈਂਬਰ ਜ਼ਖਮੀ ਬੱਚੇ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸਹਾਇਕ ਪੁਲਿਸ ਮੁਖੀ ਨੇ ਦੱਸਿਆ ਕਿ ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਉਹ ਆਪਣੇ ਹਥਿਆਰਾਂ ਨੂੰ ਘਰ ਵਿੱਚ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ। ਤੁਸੀਂ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਕਈ ਢੰਗ ਤਰੀਕੇ ਅਪਣਾ ਸਕਦੇ ਹੋ। ਕਿਰਪਾ ਕਰਕੇ ਕਹਿੰਦੇ ਇਸ ਪਰਿਵਾਰ ਲਈ ਦੁਆ ਕਰੋ। ਇਹ ਇੱਕ ਬਹੁਤ ਦੁਖਦਾਇਕ ਘਟਨਾ ਹੈ। ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਸ਼ੁਰੂਆਤੀ ਜਾਂਚ ਹੈ। ਇਸਤੇਮਾਲ ਕੀਤੀ ਹੋਈ ਬੰਦੂਕ ਘਰ ਦੇ ਵਿੱਚੋਂ ਤਾਂ ਨਹੀਂ ਸੀ ਮਿਲੀ, ਪਰ ਬਾਅਦ ਵਿੱਚ ਉਸ ਗੱਡੀ ਦੇ ਵਿੱਚੋਂ ਬਰਾਮਦ ਕਰ ਲਈ, ਜਿਸ ਗੱਡੀ ਦੇ ਵਿੱਚ ਪਰਿਵਾਰਕ ਮੈਂਬਰ ਉਸ ਬੱਚੇ ਨੂੰ ਹਸਪਤਾਲ ਲੈ ਕੇ ਗਏ ਸੀ। ਸਹਾਇਕ ਪੁਲਿਸ ਮੁਖੀ ਨੇ ਦੱਸਿਆ ਕਿ ਜਾਂਚਕਰਤਾ ਤੇ ਵਕੀਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਨੇ ਕਿ ਇਸ ਮਾਮਲੇ ਦੇ ਵਿੱਚ ਇਸ 3 ਸਾਲਾ ਬੱਚੇ ਤੇ ਕੋਈ ਦੋਸ਼ ਲਗਾਇਆ ਜਾ ਸਕਦਾ ਜਾਂ ਨਹੀਂ, ਜਾਂ ਫਿਰ ਉਹਦੇ ਮਾਪਿਆਂ ਤੇ ਕੋਈ ਦੋਸ਼ ਲਗਾਇਆ ਜਾ ਸਕਦਾ ਜਾਂ ਨਹੀਂ। ਪਰ ਕੁਝ ਵੀ ਹੋਵੇ, ਅਣਗਹਿਲੀ ਕਿਸੇ ਦੀ, ਕਿਉਂਕਿ ਬੱਚਾ 3 ਸਾਲਾਂ ਦਾ ਵੀ ਹੈ, ਉਹਨੂੰ ਕੀ ਪਤਾ ਹੈ ਕਿ ਇਹ ਕਿੰਨੀ ਕੁ ਖਤਰਨਾਕ ਚੀਜ਼ ਹੈ, ਕਿੰਨਾ ਕੁ ਖਤਰਨਾਕ ਹਥਿਆਰ ਹੈ। ਹੋ ਸਕਦਾ ਉਹਨੇ ਖਿਡੌਣਾ ਸਮਝ ਕੇ ਚਲਾ ਦਿੱਤੀ ਹੋਵੇ, ਕਿਉਂਕਿ ਬੱਚੇ ਬੰਦੂਕਾਂ ਵਾਲੀਆਂ ਗੇਮਾਂ ਵੀ ਖੇਡਦੇ ਆ। ਸ਼ਾਇਦ ਉਹਨੂੰ ਤਾਂ ਲੱਗਦਾ ਹੋਣਾ ਇਹ ਵੀ ਖਿਡੌਣਾ ਹੀ ਹੈ। 3 ਸਾਲਾ ਬੱਚੇ ਨੇ ਆਪਣੇ 8 ਮਹੀਨਿਆਂ ਦੇ ਭਰਾ ਦੀ ਗੋਲੀ ਚਲਾ ਕੇ ਜਾਨ ਲੈ ਲਈ ਹੈ। ਅਗਲੀ ਖਬਰ ਵੀ ਅਮਰੀਕਾ ਦੀ ਹੈ। ਅਮਰੀਕਾ ਦੇ ਸੂਬੇ ਟੈਕਸਸ ਦੇ ਵਿੱਚ ਵੀਰਵਾਰ ਦੀ ਦੁਪਹਿਰ ਸੀ। ਉੱਥੋਂ ਦੇ ਬਰਾਇਨ ਸ਼ਹਿਰ ਦੇ ਵਿੱਚ ਇੱਕ ਕੈਬਨਿਟ ਬਣਾਉਣ ਵਾਲੀ ਕੰਪਨੀ ਦੇ ਵਿੱਚ ਅਚਾਨਕ ਕਾੜ ਦੀ ਆਵਾਜ਼ ਸੁਣਾਈ ਦੇਣ ਲੱਗੀ, ਭਾਵ ਗੋਲੀਆਂ ਚੱਲਣ ਲੱਗੀਆਂ। ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮਿਲੀ ਕਿ ਉੱਥੇ ਲਗਭਗ 6 ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਤੇ ਨਾਲ ਹੀ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਫੜਨ ਦੌਰਾਨ ਵਿਭਾਗ ਦੇ ਪਬਲਿਕ ਸੇਫਟੀ ਅਧਿਕਾਰੀ ਨੂੰ ਵੀ ਗੋਲੀ ਲੱਗੀ ਦੱਸੀ ਗਈ। ਬਰਾਈਨ ਪੁਲਿਸ ਵਿਭਾਗ ਦੇ ਮੁਖੀ ਨੇ ਏਰਿਕ ਨੇ ਦੱਸਿਆ ਕਿ ਕੈਂਟਮੂਰ ਕੈਬਨਿਟ ਕੰਪਨੀ ਵਿੱਚ ਗੋਲੀ ਚੱਲੀ। 4 ਲੋਕ ਉਹਨਾਂ ਵਿੱਚੋਂ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਸੇਂਟ ਜੋਸਫ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਹੋਰ ਜ਼ਖਮੀ ਵਿਅਕਤੀ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ, ਪਰ ਉਹਦੀ ਜ਼ਖਮ ਗਹਿਰੇ ਸਨ। ਇਸ ਤੋਂ ਇਲਾਵਾ ਗੋਲੀਬਾਰੀ ਦੇ ਪੀੜਤ ਇੱਕ ਵਿਅਕਤੀ ਨੂੰ ਘਟਨਾ ਵਾਲੇ ਸਥਾਨ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਨੇ ਟੈਕਸਸ ਦੇ ਆਇਓਲਾ ਨਾਲ ਸੰਬੰਧਿਤ 27 ਵਰ੍ਹਿਆਂ ਦੇ ਲੈਰੀ ਬੋਲਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਉੱਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ੍ਹ ਦੇ ਰਿਕਾਰਡ ਮੁਤਾਬਕ ਉਸ ਨੂੰ $10 ਲੱਖ ਦੇ ਬੌਂਡ ਤੇ ਰੱਖ ਲਿਆ ਗਿਆ ਹੈ। ਇਹ ਦੋਸ਼ੀ ਵਿਅਕਤੀ ਬੋਲਨ ਕੈਂਟਮੂਰ ਕੈਬਨਿਟ ਕੰਪਨੀ ਦਾ ਹੀ ਕਰਮਚਾਰੀ ਸੀ। ਪੁਲਿਸ ਨੇ ਦੱਸਿਆ ਕਿ ਹਮਲਾਵਰ ਘਟਨਾ ਸਥਾਨ ਤੋਂ ਉਸ ਵਕਤ ਭੱਜ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਗ੍ਰਿਮਜ਼ ਕਾਉਂਟੀ ਦੇ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਘਟਨਾ ਨਾਲ ਸੰਬੰਧਿਤ ਇੱਕ ਹੋਰ ਵਿਅਕਤੀ ਨੂੰ ਦਮੇ ਦਾ ਦੌਰਾ ਵੀ ਪਿਆ ਤੇ ਉਹਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਤਾ ਲੱਗਿਆ ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਇੱਕ ਵੱਡੇ ਗੋਦਾਮ ਦੇ ਵਿੱਚ ਗੋਲੀਬਾਰੀ ਕਰਨ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਆਖਿਆ। ਇਸ ਘਟਨਾ ਸੰਬੰਧੀ ਟੈਕਸਸ ਦੇ ਗਵਰਨਰ ਗ੍ਰੈਗ ਐਬੋਟ ਅਨੁਸਾਰ ਗੋਲੀਬਾਰੀ ਦੀ ਜਾਂਚ ਚੱਲ ਰਹੀ ਹੈ।
ਟੈਕਸਸ ਤੇ ਜਨਤਕ ਸੁਰੱਖਿਆ ਵਿਭਾਗ ਅਤੇ ਟੈਕਸਸ ਰੇਂਜਰਾਂ ਦੇ ਨਾਲ ਮਿਲ ਕੇ ਇਸ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਹਾਲੇ ਇਸੇ ਹੀ ਹਫ਼ਤੇ ਅਮਰੀਕਾ ਦੇ ਵਿੱਚ ਬੰਦੂਕਾਂ ਦੇ ਨਾਲ ਹੋ ਰਹੀ ਹਿੰਸਾ ਦੇ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ। ਉਹ ਕਹਿੰਦੇ ਸੀ ਇਹ ਘਟਨਾਵਾਂ ਸ਼ਰਮਿੰਦਗੀ ਵਾਲੀਆਂ ਘਟਨਾਵਾਂ ਨੇ। ਉਹਨਾਂ ਕਿਹਾ ਸੀ ਕਿ ਬੰਦੂਕਾਂ ਨੂੰ ਨੱਥ ਪਾਉਣਾ ਸਮੇਂ ਦੀ ਲੋੜ ਹੈ। ਰਾਸ਼ਟਰਪਤੀ ਬਾਈਡਨ ਦੇ ਜਿਹੜੇ ਨਵੇਂ ਕਦਮ ਨੇ ਉਹਨਾਂ ਵਿੱਚ ਘਰਾਂ ਵਿੱਚ ਬਣਨ ਵਾਲੀਆਂ ਬੰਦੂਕਾਂ ਤੇ ਕਾਰਵਾਈ ਕਰਨਾ ਸ਼ਾਮਲ ਹੈ, ਜਿਨ੍ਹਾਂ ਤੇ ਕੋਈ ਸੀਰੀਅਲ ਨੰਬਰ ਨਹੀਂ ਹੁੰਦਾ। ਜਦੋਂ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਂਦੀ ਹੈ ਫਿਰ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ, ਜੋ ਅਕਸਰ ਜਾਂਚ ਦੇ ਬਿਨਾਂ ਖਰੀਦੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਉਹਨਾਂ ਨੇ ਪਿਸਤੌਲ ਸਥਿਰ ਕਰਨ ਵਾਲੀਆਂ ਵਸਤਾਂ ਜਿਨ੍ਹਾਂ ਦੀ ਮਦਦ ਨਾਲ ਇੱਕ ਹੱਥ ਨਾਲ ਗੋਲੀ ਚਲਾਈ ਜਾ ਸਕਦੀ ਹੈ, ਉਹਨਾਂ ਤੇ ਵੀ ਸਖਤ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਰਾਸ਼ਟਰਪਤੀ ਦੇ ਇਹ ਕਦਮ ਬੀਤੇ ਮਹੀਨੇ ਕੀਤੇ ਗਏ ਇੱਕ ਵਾਅਦੇ ਨੂੰ ਪੂਰਾ ਕਰਨ ਵਾਲੇ ਹੈ ਅਤੇ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੇ ਆਖਿਆ ਸੀ ਕਿ ਬੰਦੂਕਾਂ ਦੇ ਨਾਲ ਨਜਿੱਠਣ ਵਾਸਤੇ ਕਦਮ ਉਠਾਏ ਜਾਣਗੇ। ਪਰ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਵਿੱਚ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਲਗਾਤਾਰ ਗੋਲੀਬਾਰੀ ਹੁੰਦੀ ਰਹਿੰਦੀ ਹੈ। ਤੇ ਇਹ ਜਿਸ ਦਿਨ ਐਲਾਨ ਕਰ ਰਹੇ ਸਨ ਰਾਸ਼ਟਰਪਤੀ, ਸ਼ਾਇਦ ਤੁਹਾਨੂੰ ਯਾਦ ਹੋਵੇ ਉਹਦੇ ਤੋਂ ਇੱਕ ਦਿਨ ਪਹਿਲਾਂ ਵੀ ਸਾਊਥ ਕੈਰੋਲੀਨਾ ਦੇ ਵਿੱਚ ਗੋਲੀ ਚੱਲੀ ਸੀ ਅਤੇ ਉੱਥੇ ਵੀ 5 ਲੋਕਾਂ ਦੀ ਜਾਨ ਚਲੀ ਗਈ ਸੀ। ਤੁਸੀਂ ਦੇਖੋ ਕਿ ਲਗਾਤਾਰ ਕਿੰਨਾ ਵਿਕਸਿਤ ਮੁਲਕ ਹੈ, ਪਰ ਗਨ ਲੌਬੀ ਤਕੜੀ ਬੜੀ ਹੈ। ਬਹੁਤ ਸਾਰੇ ਰਾਸ਼ਟਰਪਤੀਆਂ ਨੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿ ਗਨ ਕਲਚਰ ਦੇ ਉੱਤੇ ਨੱਥ ਪਾ ਲਈ ਜਾਵੇ, ਪਰ ਗਨ ਲੌਬੀ ਹਮੇਸ਼ਾ ਕੰਟਰੋਲ ਕਰਦੀ ਰਹੀ। ਪਰ ਹੁਣ ਦੇਖਦੇ ਹਾਂ ਕਿ ਜੋ ਬਾਈਡਨ ਨੇ ਆਖਿਆ ਕਿ ਮੈਂ ਸੈਨੇਟ ਨੂੰ ਕਹਿਣਾ ਹੈ ਕਿ ਇਹਦੇ ਉੱਤੇ ਜਿੰਨੇ ਵੀ ਫੌਰੀ ਤੌਰ ਤੇ ਸਖਤ ਕਦਮ ਉਠਾਏ ਜਾਣ, ਸਮੇਂ ਦੀ ਮੰਗ ਹੈ ਤੇ ਕਦਮ ਉਠਾਉਣੇ ਪੈਣਗੇ। ਤੇ ਅਗਲੀ ਖਬਰ ਹੈ, ਪੰਜਾਬ ਦੀ ਖਬਰ ਹੈ। ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਫਿਰੋਜ਼ਪੁਰ ਦੇ ਵਿੱਚ ਆਰਮੀ ਦੀ ਭਾਵ ਫੌਜ ਦੀ ਭਰਤੀ ਚੱਲ ਰਹੀ ਸੀ। ਹੁਣ ਫੌਜ ਦੇ ਵਿੱਚ ਭਰਤੀ ਕੋਈ ਵੀ ਵਿਅਕਤੀ ਹੋਣ ਵਾਸਤੇ ਜਾ ਸਕਦਾ ਹੈ, ਜਿਹੜਾ ਫਿਜ਼ੀਕਲੀ ਫਿੱਟ ਹੈ, ਜਿਹੜਾ ਪੂਰੀ ਯੋਗਤਾ ਰੱਖਦਾ ਹੈ। ਇਸ ਫੌਜ ਦੀ ਭਰਤੀ ਦੇ ਦੌਰਾਨ ਫਿਜ਼ੀਕਲ ਟੈਸਟ ਦੇ ਵਕਤ ਆਰਮੀ ਦੇ ਅਫਸਰਾਂ ਦੇ ਵੱਲੋਂ ਜਿਹੜੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਸਨ, ਜਾਣਕਾਰੀ ਮਿਲੀ ਸੀ ਕਿ ਉਹਨਾਂ ਦੇ ਕਕਾਰ ਉਤਾਰਨ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਸੀ ਤੇ ਕਹਿੰਦੇ ਇਹ ਹਰਕਤ ਘਿਨਾਉਣੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ। ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਵਾਸਤੇ ਕਰਾਰ ਰਹਿਤ ਹੋ ਨਹੀਂ ਸਕਦਾ, ਭਾਵ ਉਹ ਕਕਾਰ ਉਹਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰਕੇ ਰੱਖਣੇ ਪੈਂਦੇ ਨੇ, ਉਹਨਾਂ ਨੂੰ ਵੱਖਰੇ ਕੀਤਾ ਨਹੀਂ ਜਾ ਸਕਦਾ ਸਰੀਰ ਦੇ ਨਾਲੋਂ। ਉਹਨਾਂ ਇਹ ਵੀ ਕਿਹਾ ਕਿ ਭਾਰਤ ਬਹੁਤ ਧਰਮੀ ਮੁਲਕ ਹੈ, ਜਿਸ ਦਾ ਸੰਵਿਧਾਨ ਹਰੇਕ ਨੂੰ ਆਪਣੇ ਧਰਮ ਅਨੁਸਾਰ ਰਹਿਣ ਦੀ ਆਗਿਆ ਦਿੰਦਾ ਹੈ। ਅਜਿਹੇ ਵਿੱਚ ਭਰਤੀ ਸਮੇਂ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ ਤੇ ਸੱਟ ਵੱਜੀ ਵੀ ਹੈ। ਉਹਨਾਂ ਕਿਹਾ ਕਿ ਭਾਰਤ ਦੀ ਫੌਜ ਅੰਦਰ ਬਹੁਤ ਸਾਰੇ ਅੰਮ੍ਰਿਤਧਾਰੀ ਨੌਜਵਾਨ ਨੇ ਜਿਹੜੇ ਆਪਣੀਆਂ ਸੇਵਾਵਾਂ ਨਿਭਾ ਵੀ ਰਹੇ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ, ਉਸ ਵਕਤ ਭਾਰਤੀ ਫੌਜ ਦੀ ਭਰਤੀ ਦੇ ਦੌਰਾਨ ਨੌਜਵਾਨਾਂ ਦੇ ਕਕਾਰ ਉਤਾਰਨ ਵਾਸਤੇ ਉਹਨਾਂ ਨੂੰ ਮਜਬੂਰ ਕਰਨਾ ਤੇ ਉਹ ਆਪਣੇ ਆਪ ਦੇ ਵਿੱਚ ਮੰਦਭਾਗਾ ਹੈ, ਘਿਨਾਉਣਾ ਹੈ, ਜਿਸ ਦੇ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਨੇ। ਹੁਣ ਆਰਮੀ 'ਚ ਭਰਤੀ ਹੋ ਰਹੀ ਹੈ, ਅੰਮ੍ਰਿਤਧਾਰੀ ਸਿੱਖ ਨੌਜਵਾਨ ਉੱਥੇ ਟੈਸਟ ਦੇਣ ਵਾਸਤੇ ਗਏ ਹੈ ਤੇ ਉਹਨਾਂ ਦੇ ਕਕਾਰ ਉਤਰਵਾ ਦਿੱਤੇ ਗਏ ਹੈ। ਇਹ ਮਾਮਲਾ ਉਸੇ ਦਿਨ ਤੋਂ ਲਗਾਤਾਰ ਤੂਲ ਫੜ ਰਿਹਾ ਹੈ। ਇਸੇ ਮਾਮਲੇ ਦੀ ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ, ਮੈਂਬਰ ਅੰਤਰਿਮ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਿੰਦਿਆ ਕੀਤੀ ਹੈ। ਉਹਨਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਉਹਨਾਂ ਅਫਸਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਤੁਹਾਡੇ ਖਿਲਾਫ ਕਾਨੂੰਨੀ ਬਣਦੀ ਕਾਰਵਾਈ ਕਰਵਾਈ ਜਾਏਗੀ। ਇਸ ਮਾਮਲੇ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆ ਦਿੱਤਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਨ ਅਤੇ ਇਸ ਮਾਮਲੇ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਅਤੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਲਿਆ ਵੀ ਦਿੱਤੀ ਗਈ ਹੈ ਤਾਂ ਕਿ ਇਸ ਤਰ੍ਹਾਂ ਦੀ ਹਰਕਤ ਅਤੇ ਮੰਦਭਾਗੀ ਘਟਨਾ ਕਿਸੇ ਵੀ ਭਰਤੀ ਦੇ ਵਕਤ ਦੁਬਾਰਾ ਹੋ ਨਾ ਸਕੇ। ਤੇ ਦੂਸਰੀ ਕੱਲ੍ਹ ਦੀ ਖਬਰ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਤੇ ਇਹਦੇ ਵਿੱਚ ਅਪਡੇਟਸ ਹੁੰਦੀਆਂ ਜਾ ਰਹੀਆਂ ਨੇ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਗਭਗ ਮੁਕੰਮਲ ਸੀ, ਪਰ ਹਾਈ ਕੋਰਟ ਨੇ ਆਖ ਦਿੱਤਾ ਕਿ ਉਹ ਸਿੱਟ ਦੀ ਜਾਂਚ ਮੁੱਢੋਂ ਹੀ ਰੱਦ।
ਨਵੀਂ ਸਿੱਟ ਬਣਾ ਦਿਓ ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣੇ ਚਾਹੀਦੇ। ਅਸਲ ਦੇ ਵਿੱਚ ਬਦਲ ਤਿੰਨ ਦਿੱਤੇ ਸੀ। ਇੱਕ ਬਦਲ ਸੀ ਕਿ CBI ਨੂੰ ਜਾਂਚ ਦਿਓ, ਦੂਸਰਾ ਸੀ ਹਰਿਆਣਾ ਪੁਲਿਸ ਨੂੰ ਦਿਓ, ਤੀਸਰਾ ਸਿੱਟ ਨਵੀਂ ਬਣਾ ਦਿਓ ਤੇ ਸਿੱਟ ਦੇ ਵਿੱਚ ਨਵੀਂ ਦੇ ਵਿੱਚ IG ਕੁੰਵਰ ਵਿਜੇ ਪ੍ਰਤਾਪ ਨਹੀਂ ਹੋਣਗੇ। ਮੁੱਢਲੀਆਂ ਖਬਰਾਂ ਇਹੋ ਹੀ ਸੀ ਕਿ ਪੰਜਾਬ ਸਰਕਾਰ ਨੇ ਆਖ ਦਿੱਤਾ ਸੀ ਕਿ ਪਹਿਲੀਆਂ ਦੋ ਨਹੀਂ, ਤੀਸਰੀ ਸ਼ਰਤ ਸਾਨੂੰ ਮਨਜ਼ੂਰ ਆ, ਨਵੀਂ ਸਿੱਟ ਬਣਾ ਦੇਵਾਂਗੇ, ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਦਾ ਰਸਤਾ ਦਿਖਾ ਦੇਵਾਂਗੇ। ਪਰ ਹੁਣ ਇਹ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਤੇ ਸਿਆਸਤ ਵੀ ਭਖੀ ਜਾ ਰਹੀ ਹੈ। ਹੁਣ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਜਾਂਚ ਨੂੰ ਨਿਰਪੱਖ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਪੁਲਿਸ ਦੀ SIT ਦੀ ਜਾਂਚ ਨੂੰ ਰੱਦ ਕਰਨ ਜਾਂ ਉਸ ਦੇ ਮੁਖੀ ਨੂੰ ਹਟਾਉਣ ਦੀ ਕਿਸੇ ਵੀ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਹਾਰ ਹੀ ਲੈ ਦੇਵੇਗੀ। ਇਸ ਸਬੰਧ ਦੇ ਵਿੱਚ ਉਹਨਾਂ ਨੇ ਮੀਡੀਆ ਰਿਪੋਰਟਾਂ ਤੇ ਵੀ ਪ੍ਰਤੀਕਿਰਿਆ ਦਿੱਤੀ ਹੈ ਔਰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਸਰਕਾਰ ਦੀ ਲੀਗਲ ਟੀਮ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਮਿਲਣ ਤੇ ਤੁਰੰਤ ਇਸ ਕੇਸ ਦੀ ਘੋਖ ਕਰਨ ਦੇ ਹੁਕਮ ਦੇ ਦਿੱਤੇ ਹੈ। ਉਹਨਾਂ ਨੇ ਟੀਮ ਨੂੰ ਇਹ ਵੀ ਆਖ ਦਿੱਤਾ ਕਿ ਜੇਕਰ ਸਿੱਟ ਨੂੰ ਰੱਦ ਕਰਨ ਜਾਂ ਉਸ ਦੇ ਮੁਖੀ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਤਾਂ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੇ ਵਾਸਤੇ ਕੇਸ ਤਿਆਰ ਕਰ ਲਿਆ ਜਾਵੇ। ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਤੋਂ ਸੀਨੀਅਰ ਵਕੀਲ ਸਿਧਾਰਥ ਲੁਥਰਾ ਦੀ ਅਗਵਾਈ ਵਾਲੀ ਪੰਜਾਬ ਦੀ ਕਾਨੂੰਨੀ ਮਾਹਿਰਾਂ ਦੀ ਟੀਮ ਦੇ ਵਿੱਚ ਪੂਰਨ ਭਰੋਸਾ ਹੈ ਜੋ ਇਸ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸਨ। ਉਹਨਾਂ ਕਿਹਾ ਕਿ ਇਸ ਕੇਸ ਨੂੰ ਕਾਨੂੰਨੀ ਸਿੱਟੇ ਉੱਤੇ ਜ਼ਰੂਰ ਲਿਜਾਇਆ ਜਾਏਗਾ ਅਤੇ ਕੋਈ ਵੀ ਦੋਸ਼ੀ ਭਾਵੇਂ ਕੋਈ ਵੀ ਹੋਵੇ, ਸਿਆਸੀ ਤੌਰ ਤੇ ਕਿੰਨਾ ਵੀ ਤਾਕਤਵਰ ਹੋਵੇ, ਕਿੰਨੇ ਵੀ ਅਸਰ ਰਸੂਖ ਵਾਲਾ ਹੋਵੇ, ਬਖਸ਼ਿਆ ਨਹੀਂ ਜਾਏਗਾ। ਉਹ ਕਹਿੰਦੇ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਹੈ। ਗੋਲੀ ਕਾਂਡ ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਨਿਆਂ ਦਿਵਾਉਣਾ ਸਾਡਾ ਫਰਜ਼ ਵੀ ਹੈ। ਉਹ ਕਹਿੰਦੇ ਅਸੀਂ ਵਾਅਦਾ ਵੀ ਕੀਤਾ ਸੀ ਅਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਸਤੇ ਅਸੀਂ ਵਚਨਬੱਧ ਅੱਜ ਫੇਰ ਦੁਹਰਾਉਂਦੇ ਹਾਂ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਏਗਾ। ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਉਹਨਾਂ ਦੀ ਨਿਗਰਾਨੀ ਦੇ ਹੇਠ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਕਹਿੰਦੇ ਸਾਨੂੰ ਪੂਰਾ ਵਿਸ਼ਵਾਸ ਹੈ ਅਤੇ ਉਹ ਯੋਗ ਨੇ, ਉਹ ਤਜਰਬੇਕਾਰ ਅਧਿਕਾਰੀ ਨੇ ਅਤੇ ਵਿਸ਼ੇਸ਼ ਜਾਂਚ ਟੀਮ ਦੇ ਗਠਨ ਵੇਲੇ ਤੋਂ ਲੈ ਕੇ ਕੇਸ ਦੇ ਉੱਪਰ ਸ਼ਿੱਦਤ ਦੇ ਨਾਲ ਉਹ ਕੰਮ ਕਰਦੇ ਰਹੇ ਹੈ। ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਦੇ ਹੇਠ ਸਿੱਟ ਵੱਲੋਂ ਪੂਰੀ ਤਰ੍ਹਾਂ ਨਿਰਪੱਖ ਅਤੇ ਪੱਖਪਾਤ ਰਹਿਤ ਜਾਂਚ ਕੀਤੀ ਜਾ ਰਹੀ ਸੀ। ਕੈਪਟਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਇਸ ਪੜਾਅ ਤੇ ਅਧਿਕਾਰੀ ਬਦਲਣਾ ਜਾਂ ਫਿਰ ਨਵੇਂ ਸਿਰਿਓਂ ਸਿੱਟ ਦਾ ਗਠਨ ਕਰਨਾ ਬਿਲਕੁਲ ਮਨਜ਼ੂਰ ਨਹੀਂ। ਉਹਨਾਂ ਕਿਹਾ ਕਿ ਜਾਂਚ ਬਹੁਤ ਅੱਗੇ ਤੱਕ ਜਾ ਚੁੱਕੀ ਸੀ ਅਤੇ ਬਰਗਾੜੀ ਦੀ ਬੇਅਦਬੀ ਘਟਨਾ ਤੋਂ ਬਾਅਦ ਵਾਪਰੀ ਸਾਲ 2015 ਦੀ ਘਟਨਾ ਦੇ ਕੇਸ ਵਿੱਚ ਸੰਬੰਧਿਤ ਵਿਅਕਤੀਆਂ ਦੇ ਖਿਲਾਫ 4 ਚਲਾਨ ਪਹਿਲਾਂ ਹੀ ਦਾਇਰ ਕੀਤੇ ਜਾ ਚੁੱਕੇ ਸਨ ਅਤੇ ਅੰਤਮ ਰਿਪੋਰਟਾਂ ਵੀ ਸੈਸ਼ਨ ਅਦਾਲਤ ਵਿੱਚ ਸੁਣਵਾਈ ਲਈ ਦਾਇਰ ਕੀਤੀਆਂ ਜਾ ਚੁੱਕੀਆਂ ਸਨ। ਕੈਪਟਨ ਨੇ ਕਿਹਾ ਕਿ ਅਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਤੇ ਘਟੀਆ ਰਾਜਨੀਤੀ ਦੀ ਜਿਹੜੀ ਖੇਡ ਖੇਡੀ ਜਾ ਰਹੀ ਹੈ ਉਹ ਮਾੜੀ ਹੈ। ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸੁਖਬੀਰ ਸਿੰਘ ਬਾਦਲ ਦੀ ਮੈਂ ਨਿੰਦਿਆ ਕਰਦਾ। ਉਹਨਾਂ ਬਾਦਲਾਂ ਖਿਲਾਫ ਸਿਆਸੀ ਬਦਲਾਖੋਰੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਅਣਉਚਿਤ ਅਤੇ ਬੇਬੁਨਿਆਦ ਕਹਿ ਕੇ ਰੱਦ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਅਜਿਹੇ ਘਟੀਆ ਹੱਥਕੰਡੇ ਵਰਤ ਕੇ ਤੰਗ ਕਰਨਾ ਹੀ ਹੁੰਦਾ ਤਾਂ ਸੱਤਾ ਸੰਭਾਲਣ ਤੋਂ ਬਾਅਦ ਹੀ ਉਹਨਾਂ ਨੇ ਤੁਰੰਤ ਅਜਿਹਾ ਕਰ ਦਿੱਤਾ ਹੁੰਦਾ ਅਤੇ ਹਾਲੇ ਤੱਕ ਉਹਨਾਂ ਨੂੰ ਬਖਸ਼ਿਆ ਨਾ ਹੁੰਦਾ। ਉਹਨਾਂ ਕਿਹਾ ਕਿ ਜੇਕਰ ਮੈਂ ਅਤੇ ਮੇਰੀ ਪਾਰਟੀ ਨਿਰਪੱਖ ਢੰਗ ਨਾਲ ਮੁਕੱਦਮਾ ਚਲਾਉਣ ਵਿੱਚ ਯਕੀਨ ਰੱਖਦੇ ਹਾਂ ਤਾਂ ਹੀ ਪੰਜਾਬ ਵਿੱਚ ਹਰ ਵਿਰੋਧੀ ਪਾਰਟੀ ਅਤੇ ਨੇਤਾ ਬਿਨਾਂ ਕਿਸੇ ਡਰ ਤੋਂ ਮੇਰੀ ਸਰਕਾਰ ਦੀ ਆਲੋਚਨਾ ਕਰ ਰਹੇ ਹੈ। ਤੇ ਸੁਖਬੀਰ ਵੱਲੋਂ ਰਾਜਨੀਤਿਕ ਜਾਂਚ ਵਿੱਚ 4 ਸਾਲ ਬਰਬਾਦ ਕਰਨ ਦੇ ਲਾਏ ਦੋਸ਼ਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀ ਜਿਸ ਦਾ ਕਿ ਅਕਾਲੀ ਹਿੱਸਾ ਰਹੇ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਤੇ CBI ਜਰੀਏ ਮਾਮਲੇ ਦੀ ਜਾਂਚ ਵਿੱਚ ਅੜਿੱਕੇ ਡਾਉਂਦੀ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਇਸ ਮਾਮਲੇ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਰਹੇ ਹੈ, ਜਿਵੇਂ ਕਿ ਉਹ ਕਿਸਾਨ ਅੰਦੋਲਨ ਸਮੇਤ ਪੰਜਾਬ ਦੇ ਹਿੱਤਾਂ ਦੇ ਹਰ ਵੱਡੇ ਮੁੱਦੇ ਤੇ ਕਰਦੇ ਆ ਰਹੇ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਅਸੀਂ ਨੈਤਿਕ ਤੌਰ ਤੇ ਇਹ ਯਕੀਨੀ ਬਣਾਉਣ ਲਈ ਪਾਬੰਦ ਹਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਇੰਨੇ ਸਾਲਾਂ ਦੌਰਾਨ ਇਨਸਾਫ ਦੀ ਉਡੀਕ ਕਰ ਰਹੇ ਮਾਸੂਮ ਪਰਿਵਾਰਾਂ ਨੂੰ ਇਸ ਕੇਸ ਵਿੱਚ ਅੰਤਮ ਫੈਸਲਾ ਵੀ ਮਿਲੇ। ਉਹਨਾਂ ਕਿਹਾ ਕਿ ਇਸ ਕਾਰਵਾਈ ਲਈ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਉਹ ਕਰਾਂਗੇ, ਪਰ ਕਿਸੇ ਨੂੰ ਦਾਖਲ ਦੇਣ ਦੀ ਆਗਿਆ ਅਸੀਂ ਬਿਲਕੁਲ ਨਹੀਂ ਦੇਵਾਂਗੇ। ਤੇ ਦੂਸਰੇ ਪਾਸੇ ਇਹ ਦੱਸਣਾ ਬਣਦਾ ਹੈ ਕਿ ਸੁਖਬੀਰ ਬਾਦਲ ਨੇ
ਕੋਟਕਪੂਰਾ ਗੋਲੀकांड संबंधी दोष लगाउंदे आखिया कि कैप्टन अमरिंदर सिंह का मंतव सिर्फ तो सिर्फ बादल परिवार नूं इस केस विच फसाउणा सी। कैप्टन ने जांच के ਨਾਂ ਤੇ लोकां दीआं भावनावां दे नाल खिलवाड़ कीता ते कर रहे ने ਅਤੇ इस विच 4 साल कैप्टन अमरिंदर सिंह की सरकार ने बर्बाद किए है। सुखबीर ने यह भी आख्या कि कैप्टन अमरिंदर सिंह ने मोदी सरकार नाल अंदर खाते समझौता किया, वो किसानां दे हितां नाल भी खिलवाड़ कर रहे हैं। इसी तरह आम आदमी पार्टी के सूबा प्रधान ते संसद मैंबर भगवंत मान ने भी आख्या कि कैप्टन सरकार कोटकपूरा गोलीकांड का इंसाफ दिवाउण विच बुरी तरह नाकाम रही है। भगवंत मान ने कहा कि उच्च अदालत के फैसले तो सिद्ध यह होंदा है कि एडवोकेट जनरल अतुल नंदा पंजाब के लोगों को इंसाफ दिवाउण दे विच बुरी तरह फेल रहे है। भगवंत मान ने यह भी दोष लगाया कि कैप्टन कथित तौर पर बादलों को बचाउणा चाहुंदे है। उन्होंने कहा कि पंजाब विच आम आदमी पार्टी की सरकार आउण ते कोटकपूरा कांड की मुड़ जांच करवाई जाएगी। दसना बनता कि 14 अक्तूबर 2015 ਨੂੰ बेअदबी कांड के दोषियों की गिरफ्तारी की मंग नूं लैके संगतां शांतमई धरने ते बैठियां सन ते संगतां दे उपर ढाहे गए पुलिसिया अत्याचार के मौके ते पुलिस की गोली नाल शहीद हो गए सन 2 सिख नौजवान किशन भगवान सिंह अते गुरजीत सिंह बिट्टू। उसके मापियां नाल दुख साझा करने वास्ते शायद तुहानूं भी याद होवे कि वक्खो-वक्ख सियासी पार्टियां दे मूहरली कतार दे आगू पहुंचे सी, आप गए सी, जाके परिवारां नूं विश्वास दिवाया सी कि इंसाफ दिवाउण लई असीं हर संभव कोशिश करांगे। इन्हां आगूआं दे विच राहुल गांधी भी सी, अरविंद केजरीवाल भी सी, कैप्टन अमरिंदर सिंह भी सी, प्रताप सिंह बाजवा सी, विजय सांपला, भगवंत मान, सुखबीर बादल, सुखपाल सिंह खਹਿਰਾ वर्गे अनेकां ही होर दर्जनां आगू। इन्हां तो इलावा गैर सियासी भी सिख संस्थावां ते पंथक जथेबंदियां दे आगूआं ने भी इंसाफ दिवाउण लई हर तरह की कुर्बानी करने के दावे किए सी। पर पीड़ित परिवार करीब 6 साल का अरसा बीतण तो बाद भी अज देखो खड़ा कित्थे है कि इंसाफ मिल गया। पर इस मामले दे विच एक होर दिलचस्प हैरानीजनक शर्मनाक पहलू यह भी है कि 3 जांच कमिशन जिन्हां दे विच जोरा सिंह कमिशन, जस्टिस काटजू की अगवाई वाला पीपल्स कमिशन, जस्टिस रणजीत सिंह कमिशन दीआं डूंघाई नाल कीतीआं गईआं जांच पड़तालां हवा हो गईआं। उहदे तो बाद IG कुंवर विजय प्रताप सिंह अते DIG रणवीर सिंह खट्टड़ा दीआं SITआं उन्हां दे प्रगटावे जिन्हां दे विचों कहिंदे सी कि दुੱਧ दा दुੱਧ अते पानी दा पानी नितार के रख दिता गया। इंसाफ मिलण दी बिल्कुल नेड़े घड़ी आ गई है, जांच पड़ताल मुकम्मल हो गई है। पर कुछ लोगों का यह भी आखना है ये जांच निरपक्ष नहीं सी, इसे ही करके हाई कोर्ट ने इस जांच नूं मुੱਢੋਂ ही रद्द कर दिता है। कल एक कमेंट भी आया सी, मैं कल दे प्रोग्राम के हेठां वेख रहा सी, वो कहंदे सी कि तुहानूं पत्रकारां नूं तां सिर्फ ये लगदा है कि सुखबीर बादल हुणी अंदर हो जांदे ते बाकी फिर जांच पड़ताल मुकम्मल है। सानूं ये बिल्कुल नहीं लगदा। अज तुसीं देखो कि सुखबीर ने की आख्या, भगवंत मान ने की आख्या, कैप्टन अमरिंदर सिंह ने की आख्या, तुहाडे सामने खबर रख दी है, पर उहदे ते टिप्पणियां जरूर करी दियां ने कि उस वक्त जदों ये गोलीकांड वापरिया तुसीं आप दस दिओ सरकार किहदी सी, तुसीं आप दस दिओ कि इस सिट ने उस जांच के घेरे विच उस वक्त के DGP उस वक्त के इंचार्ज राय सन IG उमरा नंगल के उसनूं जांच के घेरे विच लिआंदा सी जां नहीं सी लिआउणा चाहीदा। फिर उस वक्त के SSP कोटकपूरा के थाणा इंचार्ज जांच विच आए ने, आउणे चाहीदे सी जां नहीं आउणे चाहीदे। उस वक्त गृह मंत्राला किन्हां कोल सी, उन्हां दी जांच होनी चाहिदी है जां नहीं होनी चाहिदी। फिर लोगों ने आख्या कि साडे बापू नूं साडे पिता के अंग खिलार दिते गए, रूड़ियां ते खिलार दिते गए है। पहला मैनूं ये भी दस दिओ कि की इंसाफ सरकारां दा देना काम हुंदा है, अदालतां दा देना काम हुंदा जां नहीं। ये भी दस दिओ कि इंसाफ लैण वास्ते लोकां नूं इस तरह रोस रैलियां धरने लाउण दी जरूरत पैनी चाहिदी है। ये तो सरकार दे अपने काम है। हुण एक वारी स्थिति उस तरह की बनती जा रही है। हुण हो सकता है कि फिर दोबारा उस तरह धरने लगन, क्योंकि ध्यान सिंह मंड होरां ने अज ही आख्या कि 20 तरीक नूं बरगाड़ी दे विच असीं फिर तो इकट्ठ रख लिया। उत्थे पंथक विचारां होणगीਆਂ कि हुण की कीता जावे। जदों 4 चफेरियों प्रैशर पिया, क्योंकि अदालत दे विच ये आख दिता गया सी कि असीं तीसरी शर्त मनण वास्ते तैयार हैं, जब 4 चफेरियों प्रैशर पैण लग्या
कि ਇੰਨੀ ਦੇਰ ਦੀ ਜਾਂਚ ਪੜਤਾਲ ਜੇ ਗਲਤ ਜਾ ਰਹੀ ਸੀ ਤਾਂ ਫਿਰ ਪਹਿਲਾਂ ਕਿਉਂ ਨਹੀਂ ਰੋਕਿਆ। ਮੈਂ ਪਹਿਲਾਂ ਵੀ ਟਿੱਪਣੀ ਕੀਤੀ ਸੀ ਕਿ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਇਹ ਸੀ ਕਿ ਮੇਰੇ ਉੱਤੇ ਪ੍ਰੈਸ਼ਰ ਰਿਹਾ, ਜਾਨੋਂ ਮਾਰ ਦੀਆਂ ਧਮਕੀਆਂ ਰਹੀਆਂ, ਮੇਰੇ ਕੰਮ ਦੇ ਵਿੱਚ ਅੜਿੱਕੇ ਡਾਹੇ ਗਏ। ਮੈਂ ਪਹਿਲਾਂ ਵੀ ਕਿਹਾ ਸੀ ਜੇ ਅੜਿੱਕੇ ਡਾਹੇ ਗਏ ਸੀ ਤਾਂ FIR ਦਰਜ ਕਿਉਂ ਨਹੀਂ ਕਰਾਈ। ਸ਼ਾਇਦ ਜੇ ਉਹ FIR ਪਹਿਲਾਂ ਉਹਨਾਂ ਵਿਅਕਤੀਆਂ ਦੇ ਖਿਲਾਫ ਕਰਾਉਂਦੇ, ਭਾਵੇਂ ਕੋਈ ਛੋਟਾ ਲੀਡਰ ਸੀ ਭਾਵੇਂ ਕੋਈ ਵੱਡਾ ਲੀਡਰ ਸੀ, ਪਰ ਉਹਨਾਂ ਨੇ ਮੂੰਹ ਨਹੀਂ ਸੀ ਖੋਲ੍ਹਿਆ, ਤਾਂ ਸ਼ਾਇਦ ਅੱਜ ਆਹ ਜਾਂਚ ਪੜਤਾਲ ਦੀ ਰਿਪੋਰਟ ਹਾਈ ਕੋਰਟ ਵੱਲੋਂ ਰੱਦ ਨਾ ਕੀਤੀ ਗਈ ਹੁੰਦੀ। ਮੈਂ ਉਹਦਾ ਨਾਲ ਹਵਾਲਾ ਵੀ ਦਿੱਤਾ ਸੀ ਕਿ ਪਰਮਵੀਰ ਜਿਹੜੇ ਕਮਿਸ਼ਨਰ ਸਨ ਪੁਲਿਸ ਦੇ ਮਹਾਰਾਸ਼ਟਰ ਦੇ ਵਿੱਚ, ਜਦੋਂ ਉਹਨਾਂ ਨੇ ਉੱਥੋਂ ਦੇ ਗ੍ਰਹਿ ਮੰਤਰੀ ਤੇ ਦੋਸ਼ ਲਾਏ ਸਨ ਕਿ 200 ਕਰੋੜ ਰੁਪਏ ਦੀ ਵਸੂਲੀ ਕਹਿੰਦੇ ਸੀ ਲਿਆ ਕੇ ਦਿਓ, ਮਾਨਯੋਗ ਅਦਾਲਤ ਨੇ ਪੁੱਛਿਆ ਸੀ ਕਿ ਤੁਹਾਨੂੰ ਕਿਹਾ ਸੀ, ਕਹਿੰਦੇ ਨਹੀਂ। ਉਹ ਕਹਿੰਦੇ ਫਿਰ ਤੁਸੀਂ ਸੁਣੀ ਸੁਣਾਈ ਗੱਲ ਤੇ ਆਖ ਰਹੇ ਹੋ। ਉਹ ਕਹਿੰਦੇ ਬਿਲਕੁਲ। ਉਹ ਕਹਿੰਦੇ ਫਿਰ ਜਿਨ੍ਹਾਂ ਨੂੰ ਕਿਹਾ ਸੀ ਉਹਨਾਂ ਨੇ ਹਲਫਨਾਮੇ ਕਿਉਂ ਨਾ ਦਿੱਤੇ। ਉਹ ਕਹਿੰਦੇ ਜੇ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਤੂੰ ਪੁਲਿਸ ਕਮਿਸ਼ਨਰ ਹੈ, ਤੂੰ FIR ਦਰਜ ਕਿਉਂ ਨਾ ਕਰਵਾਈ। ਫਿਰ ਜੇ ਉੱਥੇ ਦੀ ਅਦਾਲਤ ਉਹਨਾਂ ਨੂੰ ਇਹ ਆਖ ਸਕਦੀ ਹੈ ਕਿ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਉਹਨਾਂ ਬੰਦਿਆਂ ਦੇ ਖਿਲਾਫ FIR ਦਰਜ ਕਿਉਂ ਨਾ ਕਰਵਾਈ, ਸਵਾਲ ਬਹੁਤ ਵੱਡਾ ਹੈ। ਪਰ ਅੱਜ ਭਾਵੇਂ ਕੋਈ ਵੀ ਹੈ, ਉਹ ਕੈਪਟਨ ਹੋਵੇ, ਸੁਖਬੀਰ ਹੋਵੇ, ਭਗਵੰਤ ਹੋਵੇ, ਲੋਕ ਇਨਸਾਫ ਚਾਹੁੰਦੇ ਹੈ। ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇਸ ਜਹਾਨ ਤੋਂ ਤੁਰੇ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹ ਅੱਜ ਕੀ ਮਹਿਸੂਸ ਕਰ ਰਹੇ ਹੈ। ਜਿਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ, ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਸਮਝਦੇ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੰਨੇ ਹਿਰਦੇ ਵਲੂੰਦਰੇ ਗਏ। ਅੱਜ ਇਸੇ ਬੁਲੇਟਿਨ ਦੇ ਵਿੱਚ ਮੈਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਕਾਰ ਲਾ ਕੇ ਫਿਟਨੈਸ ਟੈਸਟ ਲਿਆ ਜਾ ਰਿਹਾ ਸੀ। ਉਹਦਾ ਵਾਵਰੋਲਾ ਉੱਠ ਖੜਿਆ ਕਿ ਨਹੀਂ ਕਿ ਭਾਈ ਸਿੱਖ ਆਪਣੇ ਸਰੀਰ ਤੋਂ ਕਕਾਰ ਵੱਖਰੇ ਨਹੀਂ ਕਰ ਸਕਦਾ। ਪਰ ਆਹ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੈ, ਇਹਦੇ ਉੱਤੇ ਲੋਕਾਂ ਦਾ ਭੜਕਣਾ, ਜਜ਼ਬਾਤੀ ਹੋਣਾ ਇਹ ਆਮ ਜਿਹੀ ਗੱਲ ਸੀ, ਸੁਭਾਵਿਕ ਗੱਲ ਸੀ। ਪਰ ਚੰਗਾ ਹੁੰਦਾ ਸਰਕਾਰ ਸਮਾਂ ਰਹਿੰਦਿਆਂ ਇਹਦੇ ਉੱਤੇ ਮੱਲਮ ਪੱਟੀ ਕਰਦੀ। ਪਹਿਲਿਆਂ ਨੇ ਇਨਸਾਫ ਦਿੱਤਾ ਨਹੀਂ ਸੀ, ਇਹਨਾਂ ਨੇ ਵਾਅਦਾ ਕੀਤਾ ਸੀ। 4 ਸਾਲ ਬੀਤ ਗਏ ਤੇ ਹੁਣ ਚੋਣਾਂ ਦਾ ਵਰ੍ਹਾ ਨੇੜੇ ਹੈ। ਹੁਣ ਇਹਨੂੰ ਫੇਰ ਚੁਣਾਵੀ ਮੁੱਦਾ ਬਣਾਇਆ ਜਾਏਗਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਤੇ ਅਗਲੀ ਖਬਰ, ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਸੀ ਕਿ ਅਸੀਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜਾਬ ਮੰਗ ਦਾ ਜਵਾਬ ਉਹ ਰੈਲੀਆਂ ਕਰਾਂਗੇ ਅਤੇ ਉਸ ਰੈਲੀ ਦੇ ਵਿੱਚ ਅਸੀਂ ਉਮੀਦਵਾਰਾਂ ਦੇ ਐਲਾਨ ਕਰਾਂਗੇ। ਪਰ ਬੀਤੇ ਦਿਨੀ ਕੋਵਿਡ ਦੇ ਕੇਸ ਵਧਣ ਲੱਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਸੂਬੇ ਭਰ ਦੇ ਵਿੱਚ ਹਰ ਤਰ੍ਹਾਂ ਦੇ ਇਕੱਠਾਂ ਦੇ ਉੱਤੇ ਪਾਬੰਦੀ ਲਾ ਦਿੱਤੀ, ਖਾਸ ਕਰਕੇ ਆ ਰੈਲੀਆਂ ਤੇ ਵੀ ਹੈ। ਹੁਣ ਅਗਲੇ ਵਰੇ ਚੋਣਾਂ ਹੋਣੀਆਂ ਨੇ 2022 ਦੇ ਵਿੱਚ। ਪੰਜਾਬ ਦੇ ਵਿੱਚ ਸਿਆਸਤ ਲਗਾਤਾਰ ਭਖਣੀ ਸ਼ੁਰੂ ਹੋ ਗਈ ਹੈ, ਗਰਮਾਉਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਕਈਆਂ ਦਿਨਾਂ ਤੋਂ ਕਮਰ ਕੱਸੀ ਹੋਈ ਹੈ। ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 6ਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ। ਉਹਨਾਂ ਨੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ, ਜੋ ਕਿ ਕਾਂਗਰਸ ਦੇ ਉਮੀਦਵਾਰ ਨੂੰ ਟੱਕਰ ਦੇਣਗੇ। ਇਸ ਮੌਕੇ ਕਾਂਗਰਸ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਲਤ ਅਤੇ ਤਾਨਾਸ਼ਾਹੀ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਪੰਜਾਬ 'ਚ ਨਸ਼ਾ, ਬੇਰੁਜ਼ਗਾਰੀ, ਲੈਂਡ ਮਾਫੀਆ, ਰੇਤ ਮਾਫੀਆ ਉਹ ਕਹਿੰਦੇ ਪੂਰੀ ਤਰ੍ਹਾਂ ਸਰਗਰਮ ਹੈ। ਸੁਖਬੀਰ ਨੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਹਲਕੇ ਤੋਂ ਜਨਮੇਜਾ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ, ਚੋਣਾਂ ਜਿੱਤਣ ਜਨਮੇਜਾ ਸਿੰਘ ਅਤੇ ਫਿਰ ਉਹ ਸਾਡੀ ਸਰਕਾਰ ਦਾ ਹਿੱਸਾ ਜ਼ਰੂਰ ਬਣਨਗੇ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਦਿਹਾਤੀ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਅਤੇ ਗੁਰੂ ਹਰਸਹਾਏ ਤੋਂ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵੀ ਮੌਜੂਦ ਸਨ। ਪਰ ਤੁਸੀਂ ਇਹ ਦੇਖੋ ਕਿ ਜ਼ੀਰਾ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਫੁੱਟ ਨਿਕਲ ਕੇ ਸਾਹਮਣੇ ਆਏਗੀ, ਕਿਉਂਕਿ ਜ਼ੀਰਾ ਦੇ ਲੋਕ ਸ਼ਾਇਦ ਕਿਸੇ ਲੋਕਲ ਉਮੀਦਵਾਰ ਦੀ ਉਡੀਕ ਵਿੱਚ ਸਨ, ਆਸ ਵਿੱਚ ਸਨ, ਪਰ ਉਹਨਾਂ ਨੇ ਬਾਹਰੀ ਉਮੀਦਵਾਰ ਲਿਆ ਕੇ ਉੱਥੇ ਐਲਾਨ ਦਿੱਤਾ ਹੈ। ਤੇ ਹੁਣ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਹਲੇ ਕੋਈ ਪਤਾ ਨਹੀਂ ਖੋਲ੍ਹਿਆ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੇ ਮੌਜੂਦਾ ਵਿਧਾਇਕ ਨੇ ਕੀ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਜਾਂ ਹੋਰ ਜਿੱਥੇ ਜਿੱਥੇ ਕਾਂਗਰਸ ਪਾਰਟੀ ਦਾ ਉਮੀਦਵਾਰ ਪਿਛਲੀ ਵਾਰੀ ਜਿੱਤ ਨਹੀਂ ਸੀ ਸਕਿਆ ਉੱਥੋਂ ਕੌਣ ਕੌਣ ਉਮੀਦਵਾਰ ਬਣੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਪਰ ਇਸ ਵਕਤ ਤੱਕ ਸ਼੍ਰੋਮਣੀ ਅਕਾਲੀ ਦਲ ਇਹਨਾਂ ਨਾਲੋਂ ਇਸ ਦੌੜ ਦੇ ਵਿੱਚ, ਇਸ ਰੇਸ ਦੇ ਵਿੱਚ ਅੱਗੇ ਤੁਰ ਰਿਹਾ ਹੈ।
ਤੇ ਅਗਲੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੈ। KMP ਨੂੰ ਰੋਕਿਆ ਗਿਆ ਕਿਸਾਨਾਂ ਦੇ ਵੱਲੋਂ, 24 ਘੰਟਿਆਂ ਤੱਕ ਰੋਕ ਕੇ ਰੱਖਿਆ ਗਿਆ ਤੇ ਇਸੇ ਦਰਮਿਆਨ ਇੱਕ ਖਬਰ ਮਿਲੀ ਕਿ ਕਰੋਨਾ ਦੇ ਮਾਮਲੇ ਵਧ ਰਹੇ ਨੇ। ਇਸ ਕਰਕੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ ਦੀਆਂ ਸਰਹੱਦਾਂ ਤੇ 4.5 ਮਹੀਨਿਆਂ ਦੇ ਨੇੜੇ ਤੇੜ ਹੋ ਗਿਆ ਪ੍ਰਦਰਸ਼ਨ ਕਰ ਰਹੀਆਂ ਨੂੰ ਕਿਸਾਨਾਂ ਨੂੰ। ਉਹਨਾਂ ਨੇ ਆਖਿਆ ਕਿ ਹੁਣ ਤੁਸੀਂ ਆਪਣਾ ਅੰਦੋਲਨ ਵਾਪਸ ਲੈ ਲਵੋ। ਉਹਨਾਂ ਕਿਹਾ ਕਿ ਜਦੋਂ ਤੁਹਾਡੇ ਕੋਲ ਕੋਈ ਠੋਸ ਤਜਵੀਜ਼ ਨਹੀਂ ਤੇ ਫਿਰ ਅੰਦੋਲਨ ਦਾ ਮਕਸਦ ਕੀ। ਉਹ ਕਹਿੰਦੇ ਕੋਈ ਠੋਸ ਤਜਵੀਜ਼ ਲੈ ਕੇ ਆਓ ਤੇ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਅੱਜ ਵੀ ਤਿਆਰ ਹੈ। ਕੇਂਦਰ ਨੇ 3 ਨਵੇਂ ਖੇਤੀ ਕਾਨੂੰਨ ਬਣਾਏ ਨੇ, ਤੁਸੀਂ ਕਹਿੰਦੇ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹੋ ਤੇ ਹੁਣ ਲਗਭਗ 5 ਮਹੀਨੇ ਹੋਣ ਵਾਲੇ ਆ। ਉਹ ਕਹਿੰਦੇ ਦੋਵੇਂ ਧਿਰਾਂ ਦੀ ਆਖਰੀ ਰਸਮੀ ਗੱਲਬਾਤ 22 ਜਨਵਰੀ ਨੂੰ ਹੋਈ ਸੀ। 11 ਦੌਰ ਦੀਆਂ ਬੈਠਕਾਂ ਚੱਲੀਆਂ ਪਰ ਕਹਿੰਦੇ ਮੁੱਦੇ ਦਾ ਇਸ ਦਾ ਹੱਲ ਨਹੀਂ ਸੀ ਨਿਕਲ ਸਕਿਆ। ਖੇਤੀਬਾੜੀ ਮੰਤਰੀ ਤੋਮਰ ਨੇ ਕਿਸਾਨਾਂ ਨੂੰ, ਪ੍ਰਦਰਸ਼ਨਕਾਰੀਆਂ ਨੂੰ ਆਖਿਆ ਕਿ ਤੁਹਾਡੀ ਸਿਹਤ ਦੀ ਸਾਨੂੰ ਚਿੰਤਾ ਹੈ। ਕਮਾਲ ਹੈ ਬਈ, ਚਿੰਤਾ ਹੋਣ ਲੱਗ ਪਈ। 350 ਤੋਂ ਵੱਧ ਸ਼ਹੀਦੀਆਂ ਹੋ ਗਈਆਂ, ਕੋਈ ਬੋਲ ਨਹੀਂ। ਪਰ ਉਹ ਕਹਿੰਦੇ ਤੁਹਾਡੀ ਸਿਹਤ ਦੀ ਸਾਨੂੰ ਚਿੰਤਾ ਹੈ। ਮਹਾਮਾਰੀ ਦੀ ਦੂਸਰੀ ਲਹਿਰ ਪੂਰੇ ਮੁਲਕ ਵਿੱਚ ਆ ਚੁੱਕੀ ਹੈ। ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਇਸ ਕਰਕੇ ਪਾਲਣਾ ਕਰਨੀ ਬੜੀ ਲਾਜ਼ਮੀ ਹੈ। ਉਹ ਕਹਿੰਦੇ ਜਿਹੜੇ ਤੁਸੀਂ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਓ, ਅੰਦੋਲਨਕਾਰੀਓ, ਜਦੋਂ ਬਾਕੀ ਲੋਕ ਕਰੋਨਾ ਦੀਆਂ ਗਾਈਡਲਾਈਨਸ ਦੀਆਂ ਪਾਲਣਾਵਾਂ ਕਰ ਰਹੇ ਨੇ ਫਿਰ ਤੁਹਾਨੂੰ ਵੀ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਹਿੰਦੇ ਤੁਹਾਡੀ ਜ਼ਿੰਦਗੀ ਸਾਡੇ ਵਾਸਤੇ ਮਹੱਤਵਪੂਰਨ ਹੈ। ਦੇਖੋ ਕਿਆ ਬਾਤਾਂ ਨੇ ਅੱਜ। ਉਹ ਕਹਿੰਦੇ ਕੇਂਦਰੀ ਮੰਤਰੀ ਦਾ ਇਹ ਵੀ ਦਾਅਵਾ ਸੀ, ਉਹ ਕਹਿੰਦੇ ਨਵੀਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਮੁੱਚੇ ਭਾਰਤ ਦੇ ਵਿੱਚ ਕਿਸਾਨ ਫਿਰਕੇ 'ਚ ਕੋਈ ਨਾਰਾਜ਼ਗੀ ਨਹੀਂ। ਫਿਰ ਇਹ ਕੌਣ ਨੇ ਜਿਹੜੇ ਉੱਥੇ ਅੰਦੋਲਨ ਕਰ ਰਹੇ ਆ? ਉਹ ਕਹਿੰਦੇ ਇੱਥੋਂ ਤੱਕ ਖੇਤੀ ਸੰਸਥਾਵਾਂ ਵੀ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਨੇ, ਇੱਥੋਂ ਤੱਕ ਜਿਹੜੇ ਅਰਥ ਸ਼ਾਸਤਰੀ ਨੇ ਉਹ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਨੇ, ਜਦ ਕਿ ਕਹਿੰਦੇ ਕੁਝ ਕੁ ਲੋਕ ਵਿਰੋਧ ਕਰ ਰਹੇ ਨੇ। ਦੇਖੋ ਕਹਿੰਦੇ ਕਿਸਾਨ ਹੱਕ 'ਚ ਨੇ, ਕਿਸਾਨ ਜਥੇਬੰਦੀਆਂ ਹੱਕ 'ਚ ਨੇ, ਅਰਥ ਸ਼ਾਸਤਰੀ ਹੱਕ 'ਚ ਨੇ, ਪਰ ਕੁਝ ਕੁ ਲੋਕ ਵਿਰੋਧ ਕਰ ਰਹੇ ਨੇ। ਉਹਨਾਂ ਕਿਹਾ ਕਿ ਅਸੀਂ ਇੱਕ ਲੋਕਤੰਤਰੀ ਮੁਲਕ ਵਿੱਚ ਹਾਂ, ਭਾਵੇਂ ਉਹ ਕਿਸਾਨ ਹੋਣ ਜਾਂ ਨਾਗਰਿਕ, ਜੇ ਉਹਨਾਂ ਨੂੰ ਕੋਈ ਸ਼ੱਕ ਹੈ ਤਾਂ ਸਰਕਾਰ ਦਾ ਮੰਨਣਾ ਹੈ ਕਿ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਖਾਦਸ਼ੀਆਂ ਦਾ ਹੱਲ ਕਰੇ। ਬੜੀ ਛੇਤੀ ਪਤਾ ਲੱਗ ਗਿਆ। ਵੈਸੇ ਉਹਨਾਂ ਇਹ ਵੀ ਕਿਹਾ ਕਿ 3 ਕਾਨੂੰਨਾਂ ਨੂੰ ਅਚਾਨਕ ਨਹੀਂ ਤਿਆਰ ਕੀਤਾ ਗਿਆ, ਅਚਨਚੇਤ ਤਿਆਰ ਨਹੀਂ ਕੀਤਾ ਗਿਆ। ਪਹਿਲਾਂ ਕਹਿੰਦੇ ਇਹਦੇ 'ਤੇ ਇੱਕ ਲੰਬੀ ਵਿਚਾਰ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਫਿਰ ਅੱਗੇ ਵਧਾਇਆ। ਉਹਨਾਂ ਕਿਹਾ ਕਿ ਆਮ ਤੌਰ ਤੇ ਕੋਈ ਵਿਰੋਧ ਉਦੋਂ ਜਾਰੀ ਰਹਿੰਦਾ ਹੈ ਜਦੋਂ ਸਰਕਾਰ ਗੱਲਬਾਤ ਨਾ ਕਰਦੀ ਹੋਵੇ, ਪਰ ਕਹਿੰਦੇ ਅਸੀਂ ਤਾਂ ਗੱਲਬਾਤ ਵਾਸਤੇ ਪਹਿਲਾਂ ਵੀ ਤਿਆਰ ਸੀ, ਅਸੀਂ ਗੱਲਬਾਤ ਵਾਸਤੇ ਅੱਜ ਵੀ ਤਿਆਰ ਹਾਂ, ਪਰ ਕਿਸਾਨਾਂ ਦੇ ਕੋਲ ਕੋਈ ਠੋਸ ਤਜਵੀਜ਼ ਨਹੀਂ। ਉਹ ਕਹਿੰਦੇ ਜਿਹੜੀ ਪਿਛਲੀ ਤਜਵੀਜ਼ ਉਹਨਾਂ ਨੂੰ ਦਿੱਤੀ ਸੀ, ਕਹਿੰਦੇ ਬਸ ਉਹ ਕਹਿੰਦੇ ਰੱਦ ਹੈ ਜੀ, ਰੱਦ ਹੈ, ਪਰ ਕਹਿੰਦੇ ਉਹਨਾਂ ਨੇ ਉਹਦੇ ਇਹ ਖਿਲਾਫ ਤਾਂ ਕੁਝ ਦੱਸਿਆ ਨਹੀਂ ਸੀ ਕਿ ਰੱਦ ਕਿਉਂ ਹੈ। ਜਦੋਂ ਕਿ ਕਿਸਾਨ ਆਗੂ ਇਹ ਗੱਲ ਦੇ ਦਾਅਵੇ ਕਰਦੇ ਆ ਕਿ ਅਸੀਂ ਮੱਦ ਦੇ ਇੱਕ ਦੇ ਹਿਸਾਬ ਨਾਲ ਉਹਨਾਂ ਨੂੰ ਦੱਸਿਆ ਤੇ ਇਸੇ ਕਰਕੇ ਉਹ ਸੋਧਾਂ ਵਾਸਤੇ ਤਿਆਰ ਹੋਏ ਸੀ। ਪਰ ਅੱਜ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਫਿਰ ਠੀਕਰਾ ਕਿਸਾਨ ਆਗੂਆਂ ਦੇ ਸਿਰ ਭੰਨ ਦਿੱਤਾ। ਅੰਦੋਲਨ ਕਰਨ ਵਾਲਿਆਂ ਨੂੰ ਇੱਥੋਂ ਤੱਕ ਆਖਿਆ ਕਿ ਉਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ, ਅਰਥ ਸ਼ਾਸਤਰੀ ਹੱਕ ਵਿੱਚ ਨੇ, ਕਿਸਾਨ ਹੱਕ ਵਿੱਚ ਨੇ, ਕਿਸਾਨ ਜਥੇਬੰਦੀਆਂ ਹੱਕ ਵਿੱਚ ਨੇ। ਆ ਕੁਝ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ, ਪਰ ਨਾਲ ਉਹਨਾਂ ਨੇ ਇਹ ਆਖਿਆ ਕਿ ਤੁਹਾਡੀਆਂ ਚਿੰਤਾਵਾਂ ਨੇ ਜਿਹੜੀਆਂ ਅਸੀਂ ਦੂਰ ਕਰਨ ਵਾਸਤੇ ਉਹਨਾਂ ਲਈ ਤੁਹਾਡੇ ਨਾਲ ਗੱਲਬਾਤ ਵਾਸਤੇ ਤਿਆਰ ਹਾਂ, ਪਰ ਤੁਹਾਡੇ ਕੋਲ ਉਸ ਤੋਂ ਪਹਿਲਾਂ ਕੋਈ ਠੋਸ ਤਜਵੀਜ਼ ਦਾ ਹੋਣਾ ਲਾਜ਼ਮੀ ਹੈ। ਇਹ ਵੈਸੇ ਬਹੁਤ ਵੱਡੀ ਗੱਲ ਹੈ ਕਿ ਕੀ ਅੱਜ ਤੱਕ ਕਿਸਾਨਾਂ ਦੀ ਕੋਈ ਠੋਸ ਤਜਵੀਜ਼ ਹੀ ਨਹੀਂ। ਉਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਇੱਕ ਕਮੇਟੀ ਬਣਾ ਲੈਂਦੇ ਹਾਂ, ਉਹ MSP ਤੇ ਵੀ ਚਰਚਾ ਕਰ ਲੂਗੀ, ਉਹ ਕਾਨੂੰਨਾਂ ਤੇ ਵੀ ਚਰਚਾ ਕਰ ਲੂਗੀ, ਪਰ ਕਹਿੰਦੇ ਕਿਸਾਨ ਆਗੂ ਉਹ ਕਮੇਟੀ ਬਣਾਉਣ ਵਾਸਤੇ ਵੀ ਤਿਆਰ ਨਹੀਂ। ਹੁਣ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅਸੀਂ ਕਮੇਟੀ ਤਾਂ ਬਣਾਈਏ ਜੇ ਅਸੀਂ ਇਹ ਕਾਨੂੰਨ ਰੱਖਣ ਦੇ ਭਾਈਵਾਲ ਹੋਈਏ ਕਿ ਇਹਨਾਂ ਵਿੱਚ ਮਾੜੀ ਮੋਟੀ ਸੋਧ ਕਰਕੇ ਗੁਜ਼ਾਰਾ ਹੋ ਜੂ। ਉਹ ਕਹਿੰਦੇ ਜਦੋਂ ਸਾਨੂੰ ਇਹ ਕਾਨੂੰਨ ਹੀ ਨਹੀਂ ਚਾਹੀਦੇ, MSP ਸਾਨੂੰ ਚਾਹੀਦੀ ਹੈ, ਫਿਰ ਅਸੀਂ ਕਮੇਟੀ ਕਿਉਂ ਬਣਾਈਏ? ਅਸੀਂ ਤਾਂ ਗੱਲ ਆਰ ਦੀ ਕਰਦੇ ਹਾਂ ਜਾਂ ਗੱਲ ਪਾਰ ਦੀ ਕਰਦੇ ਹਾਂ। ਹੁਣ ਵੇਖਦੇ ਹਾਂ ਕਿ ਜਿਹੜੀ ਆਹ ਚਿੱਠੀ ਆਈ ਹੈ ਇਹਦੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਇਸ ਦਾ ਕੀ ਜਵਾਬ ਦਿੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਕਦੋਂ ਕੁ ਆਸ ਵੱਝਦੀ ਹੈ ਕਿ ਦੁਬਾਰਾ ਜਿਹੜੀ ਗੱਲਬਾਤ 22 ਜਨਵਰੀ ਤੋਂ ਬਾਅਦ ਰੁਕੀ ਹੋਈ ਹੈ ਇਹ ਕਦੋਂ ਦੁਬਾਰਾ ਸ਼ੁਰੂ ਹੋਏਗੀ? ਆਸਵੰਦ ਰਹਿਣਾ ਚਾਹੀਦਾ ਹੈ। ਉਮੀਦ ਕਰੀਏ ਕਿ ਛੇਤੀ ਗੱਲਬਾਤ ਸ਼ੁਰੂ ਹੋਵੇ ਅਤੇ ਇਸ ਮਸਲੇ ਦਾ ਹੱਲ ਵੀ ਹੋਵੇ। ਸੋ ਦੋਸਤੋ, ਇਹ ਸੀ ਅੱਜ ਦੀਆਂ ਜਾਣਕਾਰੀਆਂ, ਖਬਰਾਂ। ਉਮੀਦ ਹੈ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇ ਚੰਗੀਆਂ ਲੱਗੀਆਂ ਨੇ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਨਾਲ ਹੀ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ,
ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।